श्री APS जोल सीनियर एडवोकेट ने बेल नूं कीता सी जी डील ते इहदी जिहड़ी बहस सीगी वो 9 तरीक नूं होई सी जी ते 9 तरीक हाँ जी दोनों पॉइंट्स जिहड़े सीगे मेनटेनेबिलिटी ऑफ बेल दे कि जिहड़ी ये बेल है सैकेंड FIR मेनटेनेबल है कि नहीं ते दूजी गल कि ये जिहड़ी FIR है ये एक सिर्फ पिंकी दे आउटलुक मैगजीन दे ਉਹਦੇ ਤੇ ਆ ਕੇ ਉਹਨੂੰ ਇੱਕ ਬਣਾ ਕੇ ਇੱਕ ਸਿਰਫ ਆਊਟਲੁੱਕ ਮੈਗਜ਼ੀਨ 'ਚ ਇੱਕ ਜਿਹੜਾ ਆਰਟੀਕਲ ਆਇਆ ਸੀ ਉਹਦੇ ਬੇਸਿਸ ਤੇ FIR ਰਜਿਸਟਰ ਹੋਈ ਸੀ ਤੇ ਦੂਜੀ ਗੱਲ ਜਿਹੜੀ ਸੈਕੰਡ FIR ਅਸੀਂ ਕਹਿੰਦੇ ਸੀਗੇ ਕਿ ਇਹ FIR ਔਨ ਦ ਸੇਮ ਬੇਸ ਔਨ ਦ ਸੇਮ ਅਕਿਊਜ਼ਡ same facts has been once quashed by the Supreme Court and a second FIR is not maintainable ਉਸ ਉਹ ਸਾਡੀ ਦੋਨੋਂ ਦਲੀਲਾਂ ਅਲਾਉ ਕਰਕੇ ਬੇਲ ਇੰਟਰਿਮ ਬੇਲ ਸੁਮੇਤ ਸਿੰਘ ਸੈਣੀ ਨੂੰ ਅਲਾਉ ਕੀਤੀ ਗਈ ਬੇਲ ਅਲਾਉ ਕੀਤੀ ਗਈ ਮੇਨਟੇਨੇਬਿਲਿਟੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਸੀ ਕਿ ਮੇਨਟੇਨੇਬਲ ਹੀ ਨਹੀਂ ਸੋ ਉਸ ਨੂੰ ਲੈ ਕੇ ਆਰਡਰਸ ਤੋਂ ਕਲੀਅਰ ਹੋਏਗਾ ਜੀ ਹਲੇ ਤਾਂ ਸਿਰਫ ਮਾਨਯੋਗ ਅਦਾਲਤ ਨੇ ਹੀ ਸੁਣਾਇਆ ਕਿ ਅਲਾਉਡ ਹੁਣ ਡਿਟੇਲਸ ਆਉਣਗੀਆਂ ਆਰਡਰ ਵੀ ਅਪਲਾਈਡ ਦੀ ਕਾਪੀ ठीक है सर 104 ਦੇ ਬਕਾ ਇੱਕ ਬਿਆਨ ਵੀ ਦਿੱਤੇ ਇੱਕ ਲੇਡੀ ਨੇ ਗੁਰਪ੍ਰੀਤ ਕੌਰ ਸਾਨੂੰ ਕੋਈ ਨੌਲੇਜ ਨਹੀਂ ਹੈ ਕੋਈ ਨੌਲੇਜ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ FIR ਦਾ ਗਰਾਊਂਡ ਹੈ ਉਹ ਪਿੰਕੀ ਇੰਸਪੈਕਟਰ ਦਾ 5 ਸਾਲ ਪੁਰਾਣਾ ਇੰਟਰਵਿਊ ਹੈ ਪਰ FIR ਚ ਪਲਵਿੰਦਰ ਮੁਲਤਾਨੀ ਕੰਪਲੇਂਟੈਂਟ ਹੈ ਉਹ 91 ਦੀ ਸਟੋਰੀ ਬਿਆਨ ਕਰ ਰਿਹਾ ਹੈ ਪ੍ਰੋਸੀਕਿਊਸ਼ਨ ਦੀ ਸਟੋਰੀ ਹੈ ਜੀ ਪ੍ਰੋਸੀਕਿਊਸ਼ਨ ਦੀ ਸਟੋਰੀ ਹੈ ਪ੍ਰੋਸੀਕਿਊਸ਼ਨ ਨੇ ਆਰਗੂ ਕੀਤਾ ਸੀ ठीक है सर ਓਕੇ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਕੀ ਕਹਿੰਦੇ ਹੋ देखो ये ऑर्डर नहीं आया एज ऑफ नाउ तो सिर्फ अलाउड ही प्रोनाउंस होया है सो ऑर्डर देख के अकॉर्डिंगली अगे स्ट्रैटेजी प्लान होगी ਤੇ ਉਸ ਤੋਂ ਬਾਅਦ ਹੀ ਅੱਗੇ ਕੁਝ ਕਹਿ ਸਕਦੇ ਹਾਂ ਅੱਜ ਇੰਨਾ ਹੋਇਆ ਹੈ ਕਿ ਤੁਸੀਂ ਵੀ ਸ਼ਾਇਦ ਨਿਊਜ਼ ਕਵਰ ਕੀਤੀ ਹੋਵੇ ਉਹ ਕਿ ਇੱਕ ਵਿਟਨੈਸ ਨੇ ਅਪੀਅਰ ਹੋ ਕੇ 164 ਦੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਾਈ ਹੈ ਸੋ ਦੇਖਦੇ ਹਾਂ ਅੱਗੇ ਕੀ ਸਟ੍ਰੈਟਜੀ ਅਕੋਰਡਿੰਗਲੀ ਬਣਦੀ ਹੈ ਕਿਉਂਕਿ ਹੁਣ ਇੱਕ ਵਿਟਨੈਸ ਅੱਗੇ ਆਏ ਹੋ ਸਕਦਾ ਹੌਲੀ ਹੌਲੀ ਹੋਰ ਅੱਗੇ ਆਉਣ ਠੀਕ ਹੈ ਤੇ ਉਸ ਵਿਟਨੈਸ ਦੀ 164 ਤੋਂ ਇਲਾਵਾ 161 ਦੇ ਵਿੱਚ ਵੀ ਫਾਈਲ ਦੇ ਵਿੱਚ ਰਿਕਾਰਡਡ ਸੀਗੀ ਹਾਂਜੀ 161 ਰਿਕਾਰਡ ਹੋਈ ਹੈ ਉਹਨਾਂ ਦੀ ਉਸ ਤੋਂ ਬਾਅਦ 164 ਹੋਈ ਹੈ ਔਰ ਹੁਣ ਹੌਲੀ ਹੌਲੀ ਲੋਕ ਅੱਗੇ ਆਉਣਾ ਸ਼ੁਰੂ ਹੋਏ ਸੋ ਲੈਟਸ ਸੀ ਵਾਟ ਇਜ਼ ਦੀ ਆਰਡਰ ਔਰ ਕੀ ਇਹਨਾਂ ਨੇ ਗਰਾਊਂਡਸ ਉਹਦੇ ਦਿੱਤੀਆਂ ਅਲਾਉ ਕਰਨ ਦੀਆਂ ਔਰ ਉਹਦੇ ਅਕੋਰਡਿੰਗਲੀ ਅੱਗੇ ਸਟ੍ਰੈਟਜੀ ਸਰ ਦੂਜੀ ਪਾਰਟੀ ਨੇ ਕਿਹਾ ਕਿ ਜਿਹੜਾ 5 ਸਾਲ ਪਹਿਲਾਂ ਪਿੰਕੀ ਦਾ ਇੰਟਰਵਿਊ ਸੀ ਉਹਦੇ ਬੇਸ ਤੇ ਇਹਨਾਂ ਨੇ ਜਿਹੜਾ ਹੈਗਾ FIR ਕੀਤੀ ਉਹ ਕੋਈ ਬੇਸ ਹੈ ਨਹੀਂ ਇਸ ਦੇਖੋ ਮੇਨਟੇਨੇਬਲ ਵੀ ਨਹੀਂ ਹੈ ਕੋਰਟ ਦੇ ਵਿੱਚ ਤਾਂ ਇਹ ਰੀਜ਼ਨ ਨਹੀਂ ਦਿੱਤਾ ਜੇ ਕਦੇ ਫਾਈਲ ਇਨਸਪੈਕਟ ਕੀਤੀ ਹੋਵੇ ਮੈਨੂੰ ਆਈਡੀਆ ਨਹੀਂ ਵਿਰਕ ਸਾਹਿਬ ਭਵਿੱਖ ਦੇ ਵਿੱਚ ਇੰਸਪੈਕਟਰ ਪਿੰਕੀ ਨੂੰ ਬੁਲਾਇਆ ਜਾ ਸਕਦਾ ਬਿਆਨ ਦਰਜ ਕਰਾਉਣ ਲਈ ਦੇਖੋ ਤਾਂ ਆਈਓ ਕਲੈਰੀਫਾਈ ਕਰਨਗੇ ਤੁਸੀਂ ਸਾਡੇ ਕੋਲ ਕਾਨੂੰਨੀ ਕੋਈ ਦਲੀਲ ਰੱਖੋਗੇ ਜੀ ਦੇਖੋ ਸਾਡੀਆਂ ਤਾਂ ਦਲੀਲਾਂ ਬੜੀਆਂ ਕਲੀਅਰ ਨੇ ਕਿ ਪਹਿਲਾਂ ਇਨਵੈਸਟੀਗੇਸ਼ਨ ਹੋਈ ਉਹ ਇਨਵੈਸਟੀਗੇਸ਼ਨ ਇੱਕ ਟੈਕਨੀਕੈਲਿਟੀ ਤੇ ਸੈਟ ਅਸਾਈਡ ਹੋਈ ਸੀ ਉਹ ਇਨਵੈਸਟੀਗੇਸ਼ਨ ਨੂੰ ਕਦੇ ਵੀ ਟੈਂਟਡ ਜਾਂ ਫਾਲਸ ਜਾਂ ਮਿਸਲੀਡਿੰਗ ਨਹੀਂ ਕਿਹਾ ਗਿਆ ਅਸੀਂ ਅੱਜ ਵੀ ਉਸ ਇਨਵੈਸਟੀਗੇਸ਼ਨ ਨੂੰ ਕਹਿੰਦੇ ਆ ਕਿ ਫੇਅਰ ਸੀ ਔਰ ਇਨਵੈਸਟੀਗੇਸ਼ਨ ਦੁਬਾਰਾ ਹੋਵੇ ਇਹ ਚੀਜ਼ ਆਨਰੇਬਲ ਕੋਰਟ ਨੇ ਕਿਹਾ ਸੀ ਕਿ ਕੰਪਲੇਂਟ ਦੇ ਕੇ ਦੇ ਕੈਨ ਇਨੀਸ਼ੀਏਟ ਦੀ ਪ੍ਰੋਸੈਸ ਸੋ ਅਸੀਂ ਅੱਜ ਵੀ ਉਹੀ ਮੇਨਟੇਨ ਕਰਦੇ ਹਾਂ ਕਿ ਵੀ ਹੈਵ ਗਿਵਨ ਦੀ ਕੰਪਲੇਂਟ ਐਂਡ ਇਨੀਸ਼ੀਏਟਡ ਦੀ ਪ੍ਰੋਸੈਸ ਵੈਸੇ ਹੁਣ ਅਰੈਸਟ ਨਾ ਹੋਣਾ ਡਸ ਨਾਟ ਮੀਨ ਕਿ ਇਨਵੈਸਟੀਗੇਸ਼ਨ ਨਹੀਂ ਹੋਣੀ ਅੱਜ ਦੀ ਡੇਟ ਜੇ ਤੁਸੀਂ ਬੁਲਾਓ ਜਾਂ ਪਿੰਕੀ ਇੰਸਪੈਕਟਰ ਆਪਣੇ ਆਪ ਆਣ ਗਵਾਹੀ ਦੇਣਾ ਚਾਹਣ ਇਸ ਕੇਸ 'ਚ ਕੀ ਦੇਖੋ ਗਵਾਹੀ ਦੇਣ ਤੋਂ ਤਾਂ ਪਹਿਲੀ ਗੱਲ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਉਹ ਇਨਵੈਸਟੀਗੇਟਿੰਗ ਆਫੀਸਰ ਦੀ ਹੈ ਡਿਸਕ੍ਰਿਸ਼ਨ ਸਾਡੇ ਵੱਲੋਂ ਤਾਂ ਐਜ਼ ਕੰਪਲੇਨੈਂਟ ਅਸੀਂ ਤਾਂ ਇਹ ਇਨਫੋਰਮੇਸ਼ਨ ਦੇ ਸਕਦੇ ਸੀ ਕਿ ਪਹਿਲਾਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਹੋਈ ਹੈ ਇੱਕ ਨਿਊਜ਼ਪੇਪਰ ਇੱਕ ਪੀਰੀਓਡਿਕਲ ਦੇ ਵਿੱਚ ਵੀ ਇਹ ਚੀਜ਼ ਆਈ ਹੈ ਆਊਟਲੁੱਕ ਦੇ ਵਿੱਚ ਆਈ ਹੈ ਸੋ ਉਹ ਚੀਜ਼ ਇੱਕ ਰੈਫਰੈਂਸ ਹੈ ਉਹਦੀ ਵਨ ਆਫ ਦ ਥਿੰਗਸ ਹੁਣ ਕੱਲ੍ਹ ਨੂੰ ਹੋਰ ਕੌਣ ਵਿਟਨੈਸ ਅੱਗੇ ਆਉਂਦੇ CBI ਨੇ 70 ਵਿਟਨੈਸਿਸ ਦੀ ਸਟੇਟਮੈਂਟ ਰਿਕਾਰਡ ਕੀਤੀ ਹੈ ਹੁਣ ਜੇ ਅਸੀਂ ਉਹ 70 ਵਿਟਨੈਸਿਸ ਦੇਖੀਏ ਉਹ ਲਿਸਟ ਸਾਡੇ ਕੋਲ ਹੈ ਨਹੀਂ ਕਿਉਂਕਿ ਆਬਵੀਅਸਲੀ ਇਨਵੈਸਟੀਗੇਟਿਵ ਫਾਈਲ ਦੀ ਐਕਸੈਸ ਨਹੀਂ ਹੁੰਦੀ ਪਬਲਿਕ ਨੂੰ ਜਾਂ ਕੰਪਲੇਨੈਂਟ ਪਾਰਟੀ ਨੂੰ ਸੋ ਉਸ ਚੀਜ਼ ਕਰਕੇ ਉਹ 70 ਵਿਟਨੈਸਿਸ ਦੀ ਲਿਸਟ ਸਾਡੇ ਕੋਲ ਨਹੀਂ ਹੈ ਹੁਣ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੋ ਸਕਦਾ ਸਾਰੇ ਬੁਲਾਏ ਜਾਣ ਹੋ ਸਕਦਾ ਹੋਰ ਕੋਈ ਲੋਕ ਅੱਗੇ ਆ ਜਾਣ ਵਿਲ ਯੂ ਚੈਲੰਜ ਦਿਸ ਇਨ ਹਾਈ ਕੋਰਟ ਨਾਓ ਸਰ ਦੈਟ ਵਿਲ ਬੀ ਡਿਸਾਈਡਡ ਆਫਟਰ ਦੀ ਆਰਡਰ ਜਦੋਂ ਤੱਕ ਆਰਡਰ ਦੀ ਆਰਡਰ ਅਪਲੋਡ ਨਹੀਂ ਹੁੰਦਾ ਅਸੀਂ ਉਹ ਪੜ੍ਹਦੇ ਨਹੀਂ ਕੀ ਰੀਜ਼ਨ ਹੈ ਉਦੋਂ ਤੱਕ ਨਥਿੰਗ ਸਪੈਸੀਫਿਕ ਠੀਕ ਹੈ ਸਰ ਥੈਂਕ ਯੂ ਮੈਡਮ ਅੱਜ ਮੈਡਮ ਅੱਜ ਤੁਸੀਂ ਆਏ ਹੋ ਆਪਣੇ ਤੁਸੀਂ ਬਿਆਨ ਦਰਜ ਕਰਾਏ ਕੀ ਹੋਇਆ ਕੀ ਸੀ ਕਿ 1991 ਦਾ ਥੋੜਾ ਜਿਹਾ ਬਰੀਫ ਦੱਸ ਦਿਓ ਸੁਮੇਤ ਸਿੰਘ ਸੈਣੀ ਦੇ ਖਿਲਾਫ ਤੁਸੀਂ ਅੱਜ ਬੋਲਿਆ ਜਿਹੜੇ 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਤੇ ਮੇਰੇ ਹਸਬੈਂਡ ਤੇ ਸਾਨੂੰ ਵੀ ਮੇਰੇ ਬੱਚੇ ਨੂੰ ਡਿਊਟੀ ਦੀ ਪੁਲਿਸ ਚੁੱਕ ਕੇ ਲੈ ਗਈ ਸੀਗੀ ਸਾਨੂੰ ਅਲੱਗ ਚੱਕਿਆ ਉਹਨੂੰ ਅਲੱਗ ਚੱਕ ਕੇ ਲਿਆਈ ਸੀਗੀ ਤੇ ਇਹਨਾਂ ਨੇ ਸਾਨੂੰ 11 ਸੈਕਟਰ ਪੁਲਿਸ ਸਟੇਸ਼ਨ 'ਚ ਪਹਿਲੇ ਲੈ ਗਏ ਉੱਥੇ ਸੁਮੇਤ ਸੈਣੀ ਬੈਠਾ ਹੋਇਆ ਸੀ ਮੇਰੇ ਹਸਬੈਂਡ ਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਮੈਨੂੰ ਵੀ ਮੇਰਾ ਬੱਚਾ ਵੀ ਉੱਥੇ ਸੀਗਾ ਤੇ ਉਸ ਤੋਂ ਬਾਅਦ ਅਗਲੇ ਦਿਨ ਇਹ ਸਾਨੂੰ 17 ਸੈਕਟਰ ਥਾਣੇ 'ਚ ਲੈ ਗਏ ਉੱਥੇ ਮੁਲਤਾਨੀ ਸੀਗਾ ਮੁਲਤਾਨੀ ਦਾ ਬਹੁਤ ਬੁਰਾ ਹਾਲ ਸੀ ਉਹਨੂੰ ਇੰਨਾ ਟੌਰਚਰ ਕੀਤਾ ਸੀ ਉਹ ਨਾ ਚੱਲ ਸਕਦਾ ਸੀ ਨਾ ਕੁਛ ਤੇ ਫਿਰ ਉਸ ਦਿਨ 13 ਦੀ ਰਾਤ ਨੂੰ ਉੱਥੇ ਸੁਮੇਤ ਸੈਣੀ ਆਇਆ ਥਾਣੇ ਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਜੀ ਉਹਦੇ ਕੋਲ ਪੇਸ਼ ਕੀਤਾ ਤੇ
ਉਹਨੇ ਮੈਂ ਸਾਰਾ ਆਲਰੇਡੀ ਦੱਸ ਚੁੱਕੀ ਹਾਂ। ਤੇ ਉਹਨੇ ਸਾਨੂੰ ਸਾਰਿਆਂ ਨੂੰ ਪੇਸ਼ ਕੀਤਾ ਤੇ ਉੱਥੇ ਜਿਹੜਾ ਸੀਗਾ ਮੁਲਤਾਨੀ ਨੂੰ ਵੀ ਉਹ ਲੈ ਕੇ ਆਏ 2 ਪੁਲਿਸ ਵਾਲੇ, ਉਹਦੇ ਕੋਲ ਚੱਲਿਆ ਹੀ ਨਹੀਂ ਜਾ ਰਿਹਾ ਸੀਗਾ, ਉਹ ਗਿਰ ਗਿਆ। ਸੁਮੇਧ ਸੈਣੀ ਨੇ ਉਹਨੂੰ ਬਹੁਤ ਟੌਰਚਰ ਕੀਤਾ, ਠੁੱਡੇ ਮਾਰੇ, ਉਹਦੀ ਅੱਖ ਬਾਹਰ ਆ ਗਈ ਤੇ ਉਹਨੂੰ ਇਹ ਕਿਹਾ ਕਿ ਤੈਨੂੰ ਤਾਂ ਨਹੀਂ ਛੱਡਣਾ, ਤੈਨੂੰ ਤਾਂ ਦੂਜੇ ਘਰ ਹੀ ਭੇਜਣਾ। ਤੇ ਮੇਰਾ ਹਸਬੈਂਡ ਸਾਰਾ ਕੁਝ ਦੇਖ ਕੇ ਉਹ ਘਬਰਾ ਕੇ ਤੇ ਥੱਲੇ ਗਿਰ ਗਏ, ਅਨਕੌਂਸ਼ੀਅਸ ਹੋ ਕੇ ਸਾਨੂੰ ਬਾਹਰ ਲੈ ਗਏ। ਉਹਦੇ ਚੀਕ ਚਹਾੜਾ ਅਸੀਂ ਸੁਣ ਰਹੇ ਸੀ, ਉਹ ਤਰਲੇ ਮਾਰ ਰਿਹਾ ਸੀ। ਤੇ ਅਗਲੇ ਦਿਨ ਸਵੇਰੇ ਜਦੋਂ ਉਹ ਮੈਂ ਵਾਸ਼ਰੂਮ ਜਾਣਾ ਸੀ, ਉਹ ਬਰਾਂਡੇ 'ਚ ਪਿਆ ਸੀ, ਉਹਦਾ ਬੁਰਾ ਹਾਲ, ਉਹਦਾ ਬਲੱਡ ਨਿਕਲ ਰਿਹਾ ਸੀਗਾ। ਤੇ ਇਹ ਆਪਣੇ ਲਸ਼ਕਰੇ ਤੌਬਾ ਨਾਲ ਆਇਆ ਤੇ ਉਹਨੂੰ ਕਹਿੰਦਾ ਜੀ ਇਹਨੂੰ ਗੱਡੀ 'ਚ ਸੁੱਟੋ ਤੇ ਉਹਨੂੰ ਲੈ ਗਏ ਉੱਥੋਂ, ਸਾਨੂੰ ਨਹੀਂ ਪਤਾ ਕਿੱਥੇ ਲੈ ਗਏ। ਉੱਥੇ ਹੋਰ ਵੀ ਬੰਦੇ ਸੀਗੇ 4-5 ਜਿਨ੍ਹਾਂ ਨੂੰ ਸਭ ਨੂੰ ਇਹ ਕਹਿ ਰਹੇ ਸੀ ਵੀ ਆਹ ਵੀ ਇਹਦੇ 'ਚ ਹੈ, ਆਹ ਵੀ ਇਹਦੇ 'ਚ ਹੈ। ਉਹਨਾਂ ਨੂੰ ਵੀ ਬਹੁਤ ਟੌਰਚਰ ਕੀਤਾ ਹੋਇਆ ਸੀਗਾ। ਉਹਦੇ 'ਚ ਇੱਕ ਭੁੱਲਰ ਦਾ ਮਾਮਾ, ਮਾਸੜ ਐਂਡ ਉਹਦਾ ਬਾਪ ਵੀ ਸੀਗਾ। ਤੇ ਫਿਰ ਇਹਨਾਂ ਨੇ ਜੀ ਸਾਨੂੰ ਤੇ ਕਹੀ ਜਾਂਦੇ ਰਹੇ ਕਿ ਤੁਹਾਡੇ ਖਿਲਾਫ ਕੁਛ ਨਹੀਂ ਹੈ, ਤੁਹਾਨੂੰ ਤੇ ਛੱਡ ਦੇਣਾ ਤੇ ਬਸ ਇੱਕ ਦਿਨ 'ਚ। ਪਰ ਉਹ ਸਾਨੂੰ ਇਹ ਪਤਾ ਚੱਲਿਆ ਕਿ ਭੁੱਲਰ ਜਿਹੜਾ ਜੀ ਉਹ ਇਹਨੂੰ ਕਹੀ ਜਾਂਦੇ ਆ ਕਿ ਉਹ ਕਸਟਡੀ 'ਚੋਂ ਭੱਜ ਗਿਆ ਤੇ ਵਿਚਾਰਾ ਤੁਰ ਵੀ ਨਹੀਂ ਸਕਦਾ ਸੀ, ਉਹਦਾ ਇੰਨਾ ਬੁਰਾ ਹਾਲ ਸੀਗਾ। ਤੇ ਇਹਨਾਂ ਨੇ ਸਾਨੂੰ ਉਸ ਕੇਸ 'ਚ 17 ਸੈਕਟਰ ਕੋਰਟ 'ਚ ਪੇਸ਼ ਕਰ ਦਿੱਤਾ ਕਿ ਇਹ ਉਹ ਬੰਦੇ ਆ ਜਿਨ੍ਹਾਂ ਨੇ ਇਸ ਕੇਸ 'ਚ ਇਨਵੋਲਵ ਹੈ। ਤੇ ਫਿਰ ਮੇਰੀ ਉੱਥੇ ਜ਼ਮਾਨਤ ਹੋ ਗਈ, ਮੇਰੇ ਹਸਬੈਂਡ ਦੀ ਵੀ 2-3 ਮਹੀਨਿਆਂ ਬਾਅਦ ਜ਼ਮਾਨਤ ਹੋ ਗਈ। ਜਦੋਂ ਮੇਰੇ ਹਸਬੈਂਡ ਜ਼ਮਾਨਤ 'ਤੇ ਆਏ ਤੇ ਕਹਿੰਦਾ ਜੀ ਤੂੰ ਕਿੱਦਾਂ ਬਾਹਰ ਆ ਗਿਆ, ਸਾਨੂੰ ਉੱਥੋਂ ਜੇਲ੍ਹ 'ਚੋਂ ਹੀ ਚੱਕ ਲਿਆਏ। ਬਾਹਰੋਂ ਮੇਰੇ ਹਸਬੈਂਡ ਨੂੰ ਨਿਕਲਦੇ ਆਈ, ਮੈਨੂੰ ਵੀ ਨਾਲ ਮੈਂ ਲੈਣ ਗਈ ਹੋਈ ਸੀਗੀ ਰਾਤੀ 10 ਵਜੇ 9 ਸੈਕਟਰ ਦਫ਼ਤਰ 'ਚ ਲੈ ਕੇ। ਤੇ ਕਹਿੰਦਾ ਜੀ ਤੁਸੀਂ ਕਿੱਦਾਂ, ਉਹਨੂੰ ਕਹਿੰਦਾ ਤੂੰ ਕਿੱਦਾਂ ਬਾਹਰ ਆ ਗਿਆ, ਤੈਨੂੰ ਪਤਾ ਮੈਂ ਉਹਨੂੰ ਮੁਲਤਾਨੀ ਨੂੰ ਮਾਰ ਦਿੱਤਾ, ਮੈਂ ਉਹਦੇ ਭੁੱਲਰ ਦੇ ਮਾਸੜ ਨੂੰ ਮਾਰਤਾ, ਉਹਦੇ ਬਾਪ ਨੂੰ ਮਾਰ ਦਿੱਤਾ, ਤੈਨੂੰ ਆਪਣੀ ਜਾਨ ਪਿਆਰੀ ਹੈ ਕਿ ਨਹੀਂ, ਤੂੰ ਚੱਲ ਜਾ ਵਾਪਸ। ਤੇ ਉਹਨੂੰ ਝੂਠਾ ਕੇਸ 107-51 ਦਾ ਪਾ ਕੇ ਦੁਬਾਰਾ ਜੇਲ੍ਹ ਭੇਜ ਦਿੱਤਾ। ਫਿਰ ਉਹ ਜਦੋਂ ਅਰੋੜਾ ਸਾਹਿਬ ਆਏ SSP, ਇਹ ਟ੍ਰਾਂਸਫਰ ਹੋਇਆ, ਮੈਂ ਉਹਨਾਂ ਨੂੰ ਜਾ ਕੇ ਮਿਲੀ, ਉਹਨਾਂ ਨੇ ਕਿਹਾ ਤੂੰ ਜਾ ਕੇ ਰਿਲੀਜ਼ ਕਰਾ ਲਾ। ਮੇਰੇ ਹਸਬੈਂਡ ਫਿਰ ਬਾਹਰ ਆਏ, ਉਸ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੇ ਗਏ। ਫਿਰ 93 'ਚ ਇਹ ਬੰਦੇ ਨੇ ਸਾਨੂੰ ਮੈਸੇਜ ਭੇਜਿਆ ਕਿ 16 ਸੈਕਟਰ ਘਰ ਹੈ, ਪਤਾ ਨਹੀਂ ਕਿਹਦਾ ਸੀਗਾ ਉਹ, ਇਹਦਾ ਸੈਣੀ ਦਾ, ਵੀ ਆਓ ਉੱਥੇ। ਅਸੀਂ ਉੱਥੇ ਗਏ, ਉੱਥੇ ਅਰੋੜਾ ਸਾਹਿਬ ਵੀ ਬੈਠੇ ਸੀਗੇ। ਇਹ ਸਾਨੂੰ ਕਹਿੰਦਾ ਜੀ ਆ ਇੱਕ ਚਿੱਠੀ ਤੁਹਾਡੇ ਘਰ ਆਊਗੀ ਵੀ ਮੁਲਤਾਨੀ ਵੱਲੋਂ, ਤੇ ਤੁਸੀਂ ਇਹ ਚਿੱਠੀ ਲੈ ਕੇ ਨਾ ਉਹਦੇ ਬਾਪ ਕੋਲ ਚਲੇ ਜਾਣਾ ਕਿ ਉਹਨੂੰ ਕਹਿਣਾ ਹੈ ਕਿ ਇਹ ਚਿੱਠੀ ਜਿਹੜੀ ਹੈ ਮੁਲਤਾਨੀ ਨੇ ਲਿਖੀ ਹੈ ਤੇ ਉਹ ਵੀ ਉਹ ਮੁਲਤਾਨੀ ਤੇ ਜਿੰਦਾ ਹੈਗਾ, ਉਹ PO ਹੀ ਹੈ ਤੇ ਤੁਸੀਂ ਘਬਰਾਓ ਨਾ। ਤੇ ਇਹ ਬੰਦਾ ਜਿਹੜਾ ਇਹਨੇ ਦੇਖੋ ਸਾਡੇ ਕੇਸ 'ਚ ਇਹਨੇ 14 ਸਾਲ ਚਲਾਨ ਨਹੀਂ ਪੇਸ਼ ਕੀਤਾ। ਜੇ ਇਹ ਕੇਸ ਸਾਡੇ ਤੇ ਇਹਨੇ ਸੱਚਾ ਪਾਇਆ ਸੀ ਤੇ ਇਹਨੂੰ ਤਕਲੀਫ ਸੀ ਕਿ 2 ਮਹੀਨਿਆਂ 'ਚ ਚਲਾਨ ਪੇਸ਼ ਕਰ ਦਿੰਦਾ। 14 ਸਾਲ ਇਹਨੇ ਚਲਾਨ ਨਹੀਂ ਪੇਸ਼ ਕੀਤਾ। ਫਿਰ ਇਹਨੇ ਵਿੰਡਿਕਟਿਵ ਇਹਦੇ ਭੁੱਲਰ ਨਾਲ ਕੋਈ ਐਨੀਮਿਟੀ ਸੀ, ਉਹਨੂੰ ਇਹਨੇ ਮਾਰਨਾ ਸੀਗਾ ਟ੍ਰਾਂਜ਼ਿਟ 'ਚ, ਤੇ ਉਹ ਸਾਡੇ ਦੇ ਵੀ ਨਾਲ ਚਲਾਨ ਪੇਸ਼ ਕਰਤਾ। ਤੇ ਉਹ ਪਰਮਾਤਮਾ ਦੀ ਕਿਰਪਾ ਹੋਈ, ਸਾਨੂੰ ਇਨਸਾਫ ਮਿਲਿਆ ਕੋਰਟ 'ਚੋਂ ਤੇ ਅਸੀਂ ਬਰੀ ਹੋਏ। ਫਿਰ ਤੁਸੀਂ ਮੈਨੂੰ ਇਹ ਕਹਿ ਰਹੇ ਸੀ ਕਿ ਤੁਸੀਂ ਇੰਨੀ ਦੇਰ ਬੈਠੇ ਰਹੇ, ਤੇ ਇੰਨਾ ਟੈਰਰਾਈਜ਼ ਕਰਦਾ ਰਿਹਾ ਸਾਨੂੰ ਕਿ ਅਸੀਂ ਬੋਲੀਏ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਅਸੀਂ ਬੋਲਣਾ ਜਦੋਂ ਬੋਲਣਾ ਕਿ ਸਾਡੇ ਸਾਹਮਣੇ ਸਾਰਾ ਇੰਸੀਡੈਂਟ ਹੋਇਆ। ਇਹਨੇ ਫਿਰ 2000 ਹਾਈ ਕੋਰਟ ਨੇ ਕਿਹਾ ਜੀ ਪਤਾ ਕਰੋ PO ਕਿੱਥੇ ਨੇ, CBI ਇਨਕੁਆਇਰੀ ਮਾਰਕ ਹੋਈ। CBI ਇਨਕੁਆਇਰੀ 'ਚ ਵੀ ਉਹਨਾਂ ਨੇ ਮੇਰੀ ਵੀ ਸਟੇਟਮੈਂਟ ਲਿਖੀ, ਮੈਂ ਆਪਣੀ ਇਹੀ ਸਟੇਟਮੈਂਟ ਦਿੱਤੀ ਕਿ ਉਹ ਮੁਲਤਾਨੀ ਤੇ ਚੱਲ ਫਿਰ ਵੀ ਨਹੀਂ ਸਕਦਾ ਸੀ ਤੇ ਭੱਜਣਾ ਤੇ ਦੂਰ ਦੀ ਗੱਲ ਹੈ ਕਸਟਡੀ 'ਚੋਂ। ਤੇ ਉੱਥੇ ਇਹਨੇ ਪਹਿਲਾਂ ਯੂਟੀ ਤੋਂ ਅਪੀਲ ਫਾਈਲ ਕਰਵਾਤੀ ਵੀ ਉਹ ਜੱਜ ਬਾਇਸਡ ਹੈ, ਉਹ ਉੱਥੇ ਡਿਸਮਿਸ ਹੋਈ। ਫਿਰ ਕੰਸੀਲ ਕਰਕੇ ਪੰਜਾਬ ਗਵਰਨਮੈਂਟ ਤੋਂ ਅਪੀਲ ਫਾਈਲ ਕਰਵਾ ਕੇ ਇਹਨੇ ਉਹ ਆਰਡਰ ਜੱਜ ਦਾ ਸੈਟੀਸਫਾਈਡ ਕਰਵਾ ਲਿਆ। ਤੇ ਮੈਨੂੰ ਹੁਣੇ ਮੇਰੇ ਬ੍ਰਦਰ ਕਹਿ ਰਹੇ ਸੀ ਕੋਈ ਕਿ ਤੁਸੀਂ ਕਿਉਂ ਨਹੀਂ ਐਕਸ਼ਨ ਲਿਆ। ਐਕਸ਼ਨ ਕੀ, ਉਸ ਤੋਂ ਬਾਅਦ ਤੇ DGP ਬਣ ਗਿਆ ਪੰਜਾਬ ਦਾ ਤੇ ਮੇਰੇ ਹਸਬੈਂਡ ਤੇ ਬਾਹਰ ਚਲੇ ਗਏ ਅਮਰੀਕਾ। ਕਹਿੰਦੇ ਇੱਥੇ ਕੁਝ ਨਹੀਂ ਬਣ ਸਕਦਾ ਕਿਸੇ ਦਾ, ਬਈ ਜੇ ਬਾਂਦਰ ਦੇ ਹੱਥ ਗਨ ਫੜਾਤੀ ਸਰਕਾਰ ਨੇ ਤੇ ਕੀ ਬਣੂਗਾ ਦੁਨੀਆ ਦਾ। ਠੀਕ ਹੈ।